27 ਜੂਨ 1839 ਨੂੰ ਅੱਖਾਂ ਮੀਟੀਆਂ ਅਤੇ ਆਪਣੇ ਵਜ਼ੀਰ ਰਾਜਾ ਧਿਆਨ ਚੰਦ ਨੂੰ ਆਪਣੇ ਪੁੱਤਰ ਖੜਕ ਸਿੰਘ ਦਾ ਸਾਥ ਦੇਣ ਲਈ ਕਿਹਾ, ਪਰੰਤੂ ਧਿਆਨ ਚੰਦ ਨੇ 28 ਜੂਨ ਤੋਂ ਹੀ ਆਪਣੇ ਪੁੱਤਰ ਹੀਰਾ ਸਿੰਘ ਨੂੰ ਖਾਲਸਾ ਰਾਜ ਦਾ ਮਹਾਰਾਜਾ ਬਣਾਉਣ ਦਾ ਫੈਸਲਾ ਕਰ ਲਿਆ। ਆਪਣੀ ਇਸ ਛਾਈ ਵਿੱਚ ਉਸ ਨੇ ਆਪਣੇ ਭਰਾਵਾਂ ਸੁਚੇਤ ਸਿੰਘ ਅਤੇ ਰਾਜਾ ਗੁਲਾਬ ਸਿੰਘ ਨੂੰ ਵੀ ਸ਼ਾਮਲ ਕਰ ਲਿਆ। ਇਸ ਤਰ੍ਹਾਂ ਇਹਨਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਖਾਨਦਾਨ ਖਤਮ ਹੋ ਗਿਆ ਅਤੇ ਆਖਿਰ ਵਿੱਚ ਜਿੰਦਾ ਰਹਿ ਗਏ ਸਿਰਫ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਅਤੇ ਉਸ ਦੀ ਮਾਤਾ ਮਹਾਰਾਣੀ ਜਿੰਦਾ। ਮਹਾਰਾਜਾ ਦਲੀਪ ਸਿੰਘ ਦਾ ਜਨਮ 1837 ਵਿੱਚ ਹੋਇਆ, ਭਾਵ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਵੇਲੇ ਉਸ ਦੀ ਉਮਰ ਸਿਰਫ 2 ਸਾਲ ਦੀ ਹੀ ਸੀ। 15 ਸਤੰਬਰ 1843 ਵਿੱਚ ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਅਤੇ ਇਸ ਨੂੰ ਧਿਆਨ ਚੰਦ ਦੇ ਖੂਨ ਦਾ ਤਿਲਕ ਲਗਾਇਆ ਗਿਆ। ਕਈ ਇਤਿਹਾਸਕਾਰ ਇਸ ਨੂੰ ਬਦਸ਼ਗੁਨੀ ਮੰਨਦੇ ਹਨ। ਇਸ ਤੋਂ ਬਾਅਦ ਮਹਾਰਾਜ ਦੇ ਮਾਮੇ ਜਵਾਹਰ ਸਿੰਘ ਦਾ ਕਤਲ ਹੋ ਗਿਆ ਅਤੇ ਫੌਜ ਦਾ ਪ੍ਰਬੰਧ ਲਾਲ ਸਿੰਘ ਅਤੇ ਤੇਜਾ ਸਿੰਘ ਕੋਲ ਆ ਗਿਆ। ਅੰਗਰੇਜ਼ਾਂ ਨਾਲ 2 ਲੜਾਈਆਂ ਮੁੱਦਕੀ ਅਤੇ ਸਭਰਾਵਾਂ ਵਿੱਚ ਹੋਈਆਂ, ਜਿਸ ਨਾਲ ਖਾਲਸਾ ਫੌਜ ਦਾ ਬਹੁਤ ਨੁਕਸਾਨ ਹੋ ਗਿਆ ਅਤੇ ਲਾਹੌਰ ਰਾਜ ਦਾ ਪ੍ਰਬੰਧ ਅੰਗਰੇਜ਼ਾਂ ਕੋਲ ਚਲਿਆ ਗਿਆ। ਮਹਾਰਾਣੀ ਜਿੰਦਾ ਨੂੰ ਸ਼ੇਖਪੁਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਅੰਗਰੇਜ਼ ਅਫਸਰ ਕੋਲ ਰਹਿਣ ਲੱਗੇ। ਸੰਨ 1950 ਵਿੱਚ ਮਹਾਰਾਜਾ ਦਲੀਪ ਸਿੰਘ ਦਾ ਰੱਖਿਅਕ ਲੁਧਿਆਣੇ ਦੇ ਇੱਕ ਈਸਾਈ ਮਿਸ਼ਨਰੀ ਪਾਦਰੀ ਡਾਕਟਰ ਲਗਨ ਨੂੰ ਬਣਾਇਆ ਗਿਆ, ਜਿਸ ਨੇ ਮਹਾਰਾਜਾ ਨੂੰ ਈਸਾਈ ਬਣਾਉਣ ਲਈ ਤਿਆਰ ਕੀਤਾ। ਇਹ ਪਾਦਰੀ ਮਹਾਰਾਜਾ ਨੂੰ ਲਾਹੌਰ ਤੋਂ ਫਤਿਹਗੜ੍ਹ ਯੂਪੀ ਵਿੱਚ ਲੈ ਗਿਆ। ਇਹ ਕੋਠੀ ਜੋ ਤੁਸੀਂ ਦੇਖ ਰਹੇ ਹੋ, ਇਸ ਵਿੱਚ ਮਹਾਰਾਜਾ ਨੂੰ ਲਾਹੌਰ ਤੋਂ ਫਤਿਹਗੜ੍ਹ ਲੈ ਜਾਂਦਿਆਂ ਹੀ ਰੱਖਿਆ ਗਿਆ ਸੀ। ਫਤਿਹਗੜ੍ਹ ਵਿੱਚ ਹੀ ਮਹਾਰਾਜੇ ਨੂੰ ਈਸਾਈ ਬਣਾਇਆ ਗਿਆ ਅਤੇ ਫਿਰ ਇਹਨਾਂ ਦੇ ਕੇਸ ਕੱਟੇ ਗਏ। ਬਾਅਦ ਵਿੱਚ ਰੇਲ ਰਾਹੀਂ ਮੁੰਬਈ ਅਤੇ ਫਿਰ ਇੰਗਲੈਂਡ ਲੈ ਗਏ। ਮਹਾਰਾਣੀ ਜਿੰਦਾ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿੱਚੋਂ ਬਨਾਰਸ ਲਾਗੇ ਚਨਾਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ। ਮਹਾਰਾਣੀ ਇਸ ਕਿਲ੍ਹੇ ਵਿੱਚੋਂ ਆਪਣੀ ਇੱਕ ਨੌਕਰਾਣੀ ਦੀ ਸਹਾਇਤਾ ਨਾਲ ਬਾਹਰ ਆ ਗਈ ਅਤੇ ਨੇਪਾਲ ਪਹੁੰਚ ਗਈ। ਇੱਥੋਂ ਦੇ ਵਜ਼ੀਰ ਨੇ ਮਹਾਰਾਣੀ ਨੂੰ ਇੱਕ ਮਹਿਲ ਦੇ ਦਿੱਤਾ ਅਤੇ ਬੜੇ ਸਤਿਕਾਰ ਸਹਿਤ ਰੱਖਿਆ। ਨੇਪਾਲ ਤੋਂ ਮਹਾਰਾਣੀ ਇੱਕ ਚਿੱਠੀ ਮਹਾਰਾਜਾ ਦਲੀਪ ਸਿੰਘ ਨੂੰ ਪਹੁੰਚਾਉਣ ਵਿੱਚ ਕਾਮਯਾਬ ਹੋ ਗਈ। ਮਹਾਰਾਜਾ ਦਲੀਪ ਸਿੰਘ ਨੇ ਆਪਣੇ ਨੌਕਰ ਸੂਰਤੀ ਰਾਹੀਂ ਇੱਕ ਚਿੱਠੀ ਭੇਜੀ ਅਤੇ ਆਪ ਕਲਕੱਤੇ ਆ ਗਏ ਅਤੇ ਮਹਾਰਾਣੀ ਜਿੰਦਾ ਸੂਰਤੀ ਨਾਲ ਕਲਕੱਤੇ ਆ ਗਈ। ਇਸ ਤਰ੍ਹਾਂ ਮਾਂ ਪੁੱਤ ਦਾ ਮੇਲ ਹੋ ਗਿਆ। ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਹਨਾਂ ਦੋਵਾਂ ਨੂੰ ਇੰਗਲੈਂਡ ਜਾਣ ਦਾ ਹੁਕਮ ਦਿੱਤਾ। ਦੋਵੇਂ ਇੰਗਲੈਂਡ ਆ ਗਏ। ਇੱਥੋਂ ਹੀ ਮਹਾਰਾਣੀ ਜਿੰਦਾ ਬਿਮਾਰ ਕਾਰਨ ਥੋੜ੍ਹਾ ਸਮਾਂ ਹੀ ਜਿਉਂਦੀ ਰਹੀ, ਪਰ ਉਹ ਮਹਾਰਾਜਾ ਦਲੀਪ ਸਿੰਘ ਨੂੰ ਸਭ ਕੁਝ ਸਮਝਾ ਚੁੱਕੀ ਸੀ ਕਿ ਉਸ ਦਾ ਧਰਮ ਕੀ ਸੀ, ਉਸ ਨਾਲ ਕੀ ਵਾਪਰਿਆ ਸੀ। ਮਾਂ ਨੂੰ ਮਿਲਣ ਤੋਂ ਬਾਅਦ ਹੀ ਮਹਾਰਾਜਾ ਦੇ ਮਨ ਵਿੱਚ ਅੰਮ੍ਰਿਤ ਛਕ ਕੇ ਸਿੰਘ ਸਜਣ ਦੀ ਇੱਛਾ ਹੋਈ। ਮਹਾਰਾਣੀ ਜਿੰਦਾ ਦਾ ਸੰਸਕਾਰ ਹਿੰਦੁਸਤਾਨ ਵਿੱਚ ਨਾਸ਼ਕ ਸ਼ਹਿਰ ਨੇੜੇ ਗੋਦਾਵਰੀ ਨਦੀ ਦੇ ਕਿਨਾਰੇ ਕੀਤਾ ਗਿਆ। ਉਸ ਸਮੇਂ ਮਹਾਰਾਜਾ ਦਲੀਪ ਸਿੰਘ ਦੀ ਉਮਰ 26 ਕੁ ਸਾਲ ਦੀ ਸੀ। ਮਹਾਰਾਜਾ ਦਲੀਪ ਸਿੰਘ ਦੀ ਸ਼ਾਦੀ ਜਰਮਨ ਸੁਦਾਗਰ ਮੂਲਰ ਦੀ ਲੜਕੀ ਬੰਬਾ ਨਾਲ ਹੋਈ ਅਤੇ ਇਹਨਾਂ ਦੇ 3 ਲੜਕੀਆਂ ਕੈਥਰੀਨ, ਬੰਬਾ ਅਤੇ ਸੋਫੀਆ। 3 ਲੜਕੇ ਵਿਕਟਰ, ਫੈਡਰਿਕ ਅਤੇ ਐਡਵਰਡ ਸਨ। ਸੰਨ 1980 ਵਿੱਚ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਵਿੱਚ ਆਪਣੀ ਸਾਰੀ ਜਾਇਦਾਦ ਵੇਚ ਕੇ ਆਪਣੇ ਪਰਿਵਾਰ ਨੂੰ ਲੈ ਕੇ ਜਹਾਜ਼ ਰਾਹੀਂ ਆਪਣੇ ਦੇਸ਼ ਨੂੰ ਚੱਲ ਪਿਆ। ਜਹਾਜ਼ ਅਦਨ ਪੁੱਜ ਗਿਆ ਅਤੇ ਅੰਗਰੇਜ਼ ਅਫਸਰ ਮਿਸਟਰ PD ਥਾਮਸਨ ਨੇ ਅੰਗਰੇਜ਼ ਸਰਕਾਰ ਦੇ ਹੁਕਮ ਨਾਲ ਮਹਾਰਾਜਾ ਨੂੰ ਗ੍ਰਿਫਤਾਰ ਕਰਕੇ ਸਰਕਾਰੀ ਬੰਗਲੇ ਵਿੱਚ ਨਜ਼ਰਬੰਦ ਕਰ ਦਿੱਤਾ। ਇੰਗਲੈਂਡ ਤੋਂ ਤੁਰਨ ਤੋਂ ਪਹਿਲਾਂ ਹੀ ਮਹਾਰਾਜੇ ਨੇ 2 ਚਿੱਠੀਆਂ ਹਿੰਦੁਸਤਾਨ ਨੂੰ ਲਿਖੀਆਂ ਸਨ। ਹੋ ਸਕਦਾ ਹੈ ਕਿ ਉਹ ਦੋਵੇਂ ਚਿੱਠੀਆਂ ਅੰਗਰੇਜ਼ ਸਰਕਾਰ ਦੇ ਹੱਥ ਆਈਆਂ ਹੋਣ, ਇਸ ਕਾਰਨ ਮਹਾਰਾਜਾ ਨੂੰ ਗ੍ਰਿਫਤਾਰ ਕਰ ਲਿਆ ਹੋਵੇ। ਅਦਨ ਵਿੱਚ ਹੀ ਮਹਾਰਾਜ ਨੇ ਇੱਕ ਫੌਜੀ ਗ੍ਰੰਥੀ ਕੋਲੋਂ ਅੰਮ੍ਰਿਤ ਛਕਿਆ। ਮਹਾਰਾਜਾ ਲਈ ਇੰਗਲੈਂਡ ਵੱਲੋਂ ਇੱਕ ਪੱਤਰ ਆਇਆ ਕਿ ਉਹ ਪੰਜਾਬ ਜਾਂ ਹਿੰਦੁਸਤਾਨ ਨਹੀਂ ਜਾ ਸਕਦੇ। ਉਹ ਇੰਗਲੈਂਡ ਵਾਪਿਸ ਆ ਸਕਦੇ ਹਨ ਜਾਂ ਦੁਨੀਆ ਦੇ ਕਿਸੇ ਹੋਰ ਦੇਸ਼ ਵਿੱਚ ਜਾ ਸਕਦੇ ਹਨ। ਇੱਥੇ ਮਹਾਰਾਣੀ ਬੰਬਾ ਅਤੇ ਬੱਚੇ ਵਾਪਸ ਇੰਗਲੈਂਡ ਚਲੇ ਗਏ ਅਤੇ ਮਹਾਰਾਜਾ ਦਲੀਪ ਸਿੰਘ ਫਰਾਂਸ ਚਲਾ ਗਿਆ। ਇੰਗਲੈਂਡ ਵਿੱਚ ਮਹਾਰਾਣੀ ਬੰਬਾ ਬਿਮਾਰ ਹੋ ਗਈ ਅਤੇ ਉਸਦੇ ਛੋਟੇ ਪੁੱਤਰ ਫੈਡਰਿਕ ਦਲੀਪ ਸਿੰਘ ਨੂੰ ਲੈ ਕੇ ਆਇਆ ਤਾਂ ਕਿ ਉਹ ਬੰਬਾ ਨੂੰ ਆਖਰੀ ਵਾਰ ਦੇਖ ਲੈਣ, ਪਰੰਤੂ ਉਸ ਤੋਂ ਪਹਿਲਾਂ ਹੀ ਬੰਬਾ ਦੁਨੀਆ ਤੋਂ ਜਾ ਚੁੱਕੀ ਸੀ।
ਜਲਦੀ ਹੀ ਆਪਣੀ ਮਾਂ ਦੇ ਵਿਛੋੜੇ ਵਿੱਚ ਉਹਨਾਂ ਦਾ ਪੁੱਤਰ ਫੈਡਰਿਕ ਦੀ ਮੌਤ ਹੋ ਗਈ। 3 ਮਹੀਨਿਆਂ ਬਾਅਦ ਮਹਾਰਾਜਾ ਇੰਗਲੈਂਡ ਛੱਡ ਕੇ ਵਾਪਸ ਪੈਰਿਸ ਚਲੇ ਗਏ। ਪੈਰਿਸ ਵਿੱਚ ਰਹਿੰਦਿਆਂ ਮਹਾਰਾਜਾ ਨੇ ਦੂਜਾ ਵਿਆਹ ਕਰਵਾਇਆ ਰਸਲ ਨਾਂ ਦੀ ਕੁੜੀ ਨਾਲ। ਮਹਾਰਾਜਾ ਆਪਣੇ ਦੇਸ਼ ਵਿੱਚ ਵਾਪਸ ਆਉਣਾ ਚਾਹੁੰਦੇ ਸੀ, ਇਸ ਲਈ ਉਹ ਫਰਾਂਸ ਤੋਂ ਬੰਦਰਗਾਹ ਆ ਗਿਆ ਅਤੇ ਇੱਥੋਂ ਭੇਸ ਬਦਲ ਕੇ ਪੈਦਲ ਹੀ ਅਦਨ ਨੂੰ ਤੁਰ ਪਏ ਅਤੇ ਅਦਨ ਫਿਰ ਮਹਾਰਾਜ ਨੂੰ ਕੈਦ ਕਰ ਲਿਆ ਗਿਆ ਅਤੇ ਵਾਪਸ ਫਰਾਂਸ ਭੇਜ ਦਿੱਤਾ ਗਿਆ। ਇਸ ਵਿੱਚ ਰਹਿੰਦਿਆਂ ਮਹਾਰਾਜ ਨੇ ਦੂਜਾ ਵਿਆਹ ਰਸਲ ਨਾਲ ਕਰਵਾਇਆ। ਮਹਾਰਾਜ ਆਪਣੇ ਦੇਸ਼ ਵਾਪਸ ਆਉਣਾ ਚਾਹੁੰਦੇ ਸੀ, ਇਸ ਲਈ ਉਹ ਫਰਾਂਸ ਤੋਂ ਬਗਦਾਦ ਆ ਗਏ ਅਤੇ ਇੱਥੋਂ ਭੇਸ ਬਦਲ ਕੇ ਪੈਦਲ ਹੀ ਅਦਨ ਨੂੰ ਤੁਰ ਪਏ ਅਤੇ ਅਦਨ ਵਿੱਚ ਫਿਰ ਮਹਾਰਾਜ ਨੂੰ ਕੈਦ ਕਰ ਲਿਆ ਗਿਆ ਅਤੇ ਵਾਪਸ ਫਰਾਂਸ ਭੇਜ ਦਿੱਤਾ ਗਿਆ। ਹੁਣ ਮਹਾਰਾਜ ਬਹੁਤ ਹੀ ਬਿਮਾਰ ਰਹਿਣ ਲੱਗ ਪਏ। ਇੱਕ ਦਿਨ ਮਹਾਰਾਜ ਨੂੰ ਫੈਡਰਿਕ ਦੀ ਚਿੱਠੀ ਮਿਲੀ। ਜਵਾਬ ਵਿੱਚ ਮਹਾਰਾਜ ਨੇ ਫੈਡਰਿਕ ਨੂੰ ਚਿੱਠੀ ਲਿਖੀ ਅਤੇ ਉਸ ਨੂੰ ਕੋਲ ਆਉਣ ਲਈ ਕਿਹਾ। ਫੈਡਰਿਕ ਜਲਦੀ ਹੀ ਉਹਨਾਂ ਕੋਲ ਆ ਗਿਆ ਅਤੇ ਅੰਤ 23 ਅਕਤੂਬਰ 1893 ਨੂੰ ਮਹਾਰਾਜ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।